ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਮਨੁੱਖੀ ਸਰੀਰ ਦੀ ਬਣਤਰ ਦੇ ਅੰਦਰ ਨਾਭੀ ਦਾ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ। ਕਿਉਂਕਿ ਨਾਭੀ ਤੋਂ ਹੀ ਸਾਰੀ ਜਿਹੜੀ ਉਤਪਤੀ ਹੈ ਉਹ ਕੁਦਰਤ ਨੇ ਬਣਾਈ ਹੈ। ਇਸ ਕਰਕੇ ਇਨਸਾਨ ਦਾ ਜਨਮ ਵੀ ਨਾਭੀ ਦੇ ਆਸਰੇ ਹੀ ਮੰਨਿਆ ਜਾਂਦਾ ਹੈਗਾ। ਜਿਵੇਂ ਆਪਾਂ ਦੇਖਦੇ ਹਾਂ ਕਿ ਜਦੋਂ ਬੱਚਾ ਗਰਭ ਦੇ ਵਿੱਚ ਹੁੰਦਾ ਹੈਗਾ ਅਤੇ ਗਰਭ ਦੇ ਵਿੱਚੋਂ ਬੰਦੇ ਦੀ ਜਿਹੜੀ ਖੁਰਾਕ ਹੈ, ਉਸ ਬੱਚੇ ਦੀ ਜਿਹੜੀ ਖੁਰਾਕ ਹੈ ਉਹ ਉਸ ਦੀ ਮਾਤਾ ਦੇ ਵਿੱਚੋਂ ਉਸ ਨੂੰ ਨਾਭੀ ਦੇ ਰਸਤੇ ਹੀ ਪ੍ਰਾਪਤ ਹੁੰਦੀ ਆ। ਫਿਰ ਜਿਉਂ ਬੱਚਾ ਗਰਭ ਵਿੱਚ ਹੁੰਦਾ ਹੈਗਾ, ਬੱਚੇ ਦਾ ਮਨ ਨਹੀਂ ਹੁੰਦਾ, ਕਿਉਂਕਿ ਬੱਚੇ ਦੀ ਜਿਹੜੀ ਚੇਤਨ ਅਵਸਥਾ ਹੈਗੀ ਆ ਉਹਦੀ ਮਸਤਕ ਦੀ ਜਗ੍ਹਾ ਉਹਦੀ ਨਾਭੀ ਦੇ ਅੰਦਰ ਹੁੰਦੀ ਆ। ਤੀਸਰਾ ਕੀ ਹੁੰਦਾ ਕਿ ਬੱਚਾ ਜਦੋਂ ਗਰਭ ਦੇ ਵਿੱਚ ਹੁੰਦਾ ਹੈ, ਬੱਚੇ ਦਾ ਦਿਲ ਨਹੀਂ ਧੜਕਦਾ। ਇਸ ਕਰਕੇ ਬੱਚੇ ਦਾ ਜਿਹੜਾ ਮੇਨ ਕਨੈਕਸ਼ਨ ਹੈਗਾ ਉਹ ਨਾਭੀ ਦੇ ਨਾਲ ਜੁੜਿਆ ਹੁੰਦਾ ਹੈਗਾ। ਅਤੇ ਇਹ ਵੀ ਜਿਹੜਾ ਹੈ ਨਾ, ਜਿਹੜੇ ਯੋਗੀ ਧਿਆਨ ਧਰਦੇ ਆ ਉਹ ਦੱਸਦੇ ਆ ਕਿ ਅਗਰ ਮਨੁੱਖ ਨੂੰ ਜੀਵਨ ਦੇ ਵਿੱਚ ਕਿਸੇ ਟਾਈਮ ਬਹੁਤ ਪਰੇਸ਼ਾਨੀ ਹੋ ਜਾਂਦੀ ਆ, ਦੁੱਖ ਹੋ ਜਾਂਦਾ, ਉਹਦਾ ਮਨ ਦੀ ਭਟਕਣਾ ਵੱਧ ਜਾਂਦੀ ਆ, ਅਤੇ ਉਸ ਟਾਈਮ ਉਹ ਇੱਕ ਯੋਗ ਦੀ ਕਿਰਿਆ ਦੱਸਦੇ ਆ। ਉਹ ਦੱਸਦੇ ਆ ਕਿ ਜਿਵੇਂ ਬੱਚਾ ਜਿਹੜਾ ਹੈ ਨਾ ਆਪਣੀ ਮਾਤਾ ਦੀ ਗਰਭ ਦੇ ਵਿੱਚ ਬਿਲਕੁਲ ਸ਼ਾਂਤ ਚਿੱਤ ਹੋ ਕੇ ਬੈਠਾ ਰਹਿੰਦਾ ਹੈਗਾ ਅਤੇ ਸਵਾਸ ਪਰਮੇਸ਼ਰ ਦਾ ਨਾਮ ਜਪਦਾ। ਇਸੇ ਤਰ੍ਹਾਂ ਉਹ ਜਿਵੇਂ ਮੁਸਲਮਾਨ ਜਦ ਨਮਾਜ਼ ਕਰਦੇ ਆ ਅਤੇ ਜਿਸ ਆਸਣ ਦੀ ਉਹ ਵਰਤੋਂ ਕਰਕੇ ਨਮਾਜ਼ ਕਰਦੇ ਆ, ਇਸੇ ਤਰੀਕੇ ਦੇ ਨਾਲ ਬੈਠ ਜਾਣਾ ਚਾਹੀਦਾ। ਬੈਠਣ ਦੇ ਨਾਲ ਆਪਣੇ ਜਿਹੜੇ ਹੱਥ ਹੈਗੇ ਆ ਉਹ ਇਸ ਤਰ੍ਹਾਂ ਜਾਣੀ ਇਕੱਠੇ ਕਰ ਲੈਣੇ ਚਾਹੀਦੇ ਆ ਕਿ ਜਿਵੇਂ ਬੱਚਾ ਹੈ ਨਾ ਗਰਭ ਦੇ ਵਿੱਚ ਬੱਚੇ ਦੇ ਹੱਥ ਹੁੰਦੇ ਆ। ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਨਾਭੀ ਦਾ ਧਿਆਨ ਧਰਨਾ ਹੈਗਾ। ਜਿਉਂ ਅਸੀਂ ਸ਼ਾਂਤ ਚਿੱਤ ਹੋ ਕੇ ਨਾਭੀ ਦਾ ਧਿਆਨ ਧਰਾਂਗੇ ਇਸ ਅਵਸਥਾ ਵਿੱਚ, ਹੌਲੀ ਹੌਲੀ ਕੁਛ ਦਿਨਾਂ ਦੇ ਅਭਿਆਸ ਤੋਂ ਬਾਅਦ ਸਾਡਾ ਧਿਆਨ ਨਾਭੀ ਦੇ ਵਿੱਚ ਜੁੜਨ ਲੱਗ ਪੈਂਦਾ, ਨਾਭੀ ਦੇ ਉੱਤੇ ਟਿਕਣ ਲੱਗ ਪੈਂਦਾ ਧਿਆਨ। ਜਿਉਂ ਧਿਆਨ ਫਿਰ ਨਾਭੀ 'ਤੇ ਟਿਕਦਾ ਹੈਗਾ, ਤਿਉਂ ਫਿਰ ਜਿਹੜੀ ਹੈ ਨਾ ਸ਼ਾਂਤੀ ਹੈਗੀ ਅੰਦਰ ਉਹ ਵੱਧਦੀ ਜਾਂਦੀ ਆ, ਅਤੇ ਜਿਹੜੇ ਕਲੇਸ਼ ਹੈ, ਦੁੱਖ ਹੈ, ਉਹ ਪਿੱਛੇ ਹਟਦੇ ਜਾਂਦੇ ਆ। ਇਸ ਤਰ੍ਹਾਂ ਕਰਦੇ ਕਰਦੇ ਜਦ ਇਸੇ ਹੀ ਨਾਭੀ ਦਾ ਧਿਆਨ ਧਰਦੇ ਸ਼ਾਂਤੀ ਆਉਂਦੀ ਹੈ। ਸ਼ਾਂਤੀ ਦੇ ਅੰਦਰ ਇੱਕ ਮਸਤੀ ਹੈ, ਇੱਕ ਖੁਮਾਰੀ ਆ, ਇੱਕ ਚਾਓ ਹੈਗਾ। ਆਪਣਾ ਜਿਹੜਾ ਸਿਰ ਆ ਉਸ ਆਸਣਾ ਦੇ ਟਾਈਮ ਉਹ ਫਿਰ ਮੋਰ ਨੂੰ ਝੁਕਣ ਲੱਗ ਪੈਂਦਾ, ਝੁਕਦਾ ਉਹ ਇਸ ਹਾਲਤ ਵਿੱਚ ਹੋ ਜਾਂਦਾ ਜਿਵੇਂ ਬੱਚਾ ਪਹਿਲਾਂ ਆਪਣੀ ਮਾਂ ਦੀ ਗਰਭ ਦੇ ਵਿੱਚ ਹੁੰਦਾ ਹੈ। ਉਹੀ ਅਵਸਥਾ ਨਾਭੀ ਦੇ ਧਿਆਨ ਧਰਨ ਦੇ ਨਾਲ ਸਰੀਰ ਦੀ ਬਣ ਜਾਂਦੀ ਆ ਅਤੇ ਮਨ ਬਿਲਕੁਲ ਸ਼ਾਂਤ ਚਿੱਤ ਅਡੋਲ ਹੋ ਜਾਂਦਾ ਹੈ। ਇਹ ਸਾਰੀ ਨਾਭੀ ਦੀ ਕਰਾਮਾਤ ਮੰਨੀ ਜਾਂਦੀ ਆ। ਸੋ ਦੂਸਰਾ, ਅਗਰ ਆਪਾਂ ਵਿਗਿਆਨਕ ਦ੍ਰਿਸ਼ਟੀਕੋਣ ਦੇਖੀਏ, ਵਿਗਿਆਨਕ ਦੇ ਕਾਰਨ ਇਹ ਆ ਵੀ ਦੱਸਦੇ ਆ, ਗੁਰਬਾਣੀ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਅਗਰ ਇਸਤਰੀ ਦੇ ਪੇਟ ਦੇ ਵਿੱਚ ਗਰਭ ਨਾ ਠਹਿਰੇ ਅਤੇ ਉਸ ਦੀ ਨਾਭੀ ਦੇ ਉੱਤੇ ਤੇਲ ਲਾਉਣ ਦੇ ਨਾਲ ਜਿਹੜਾ ਗਰਭ ਹੈਗਾ ਉਹ ਆਪਣੇ ਆਪ ਠਹਿਰ ਜਾਂਦਾ ਹੈ। ਇਸ ਨਾਭੀ ਦੀ, ਇਸ ਧੁਨੀ ਦੀ ਐਸੀ ਜਾਰੀ ਕਰਾਮਾਤ ਹੈ। ਅਗਲਾ ਜਿਹੜਾ ਹੈਗਾ ਉਹ ਇਹ ਦੱਸਿਆ ਗਿਆ ਹੈਗਾ, ਜਿਹੜੇ ਆਰਜੂ ਵੈਦਿਕ ਹਕੀਮ ਵੈਦ ਹੁੰਦੇ ਆ, ਉਹਨਾਂ ਨੇ ਜੋ ਨਾਭੀ ਦੇ ਉੱਤੇ ਆਪਣੇ ਜੀਵਨ ਦੇ ਐਕਸਪੈਰੀਮੈਂਟ ਪ੍ਰੈਕਟੀਕਲ ਕੀਤੇ, ਉਹ ਦੱਸਦੇ ਆ ਕਿ ਜੇਕਰ ਗੋਡੇ ਦਾ ਦਰਦ ਹੋਵੇ, ਗੋਡਿਆਂ ਦੇ ਅੰਦਰ ਦਰਦ ਹੋਵੇ, ਫਿਰ ਮਰਿੰਡੀ ਦਾ ਤੇਲ ਨਾਭੀ ਦੇ ਵਿੱਚ ਲਾਉਣ ਦੇ ਨਾਲ ਗੋਡਿਆਂ ਦਾ ਦਰਦ ਘੱਟ ਜਾਂਦਾ, ਕੰਮ ਹੋ ਜਾਂਦਾ ਹੈ। ਫਿਰ ਉਹਨੇ ਦੱਸਿਆ ਹੈਗਾ ਕਿ ਅਗਰ ਦੰਦਾਂ ਦੇ ਵਿੱਚ ਦਰਦ ਹੋਵੇ ਤਾਂ ਫਿਰ ਇਸੇ ਨਾਭੀ ਦੇ ਉੱਤੇ ਸਵਿੰਗ ਦਾ ਤੇਲ ਲਾਉਣ ਦੇ ਨਾਲ ਦੰਦਾਂ ਦੇ ਦਰਦ ਨੂੰ ਆਰਾਮ ਮਿਲ ਜਾਂਦਾ ਹੈ। ਤੀਸਰਾ, ਉਹਨੇ ਦੱਸਿਆ ਹੈ ਕਿ ਅਗਰ ਚਿਹਰੇ 'ਤੇ ਡੱਬ ਹੋਣ, ਨਾਭੀ ਦੇ ਉੱਤੇ ਨਿੰਬੂ ਦਾ ਤੇਲ ਮਲਣ ਦੇ ਨਾਲ, ਲਾਉਣ ਦੇ ਨਾਲ ਚਿਹਰੇ ਦੀਆਂ ਛਾਈਆਂ ਅਤੇ ਡੱਬ ਆਪਣੇ ਆਪ ਜਿਹੜੇ ਆ ਉਹ ਪੱਧਰੇ ਹੋ ਜਾਂਦੇ, ਚਿਹਰਾ ਬਿਲਕੁਲ ਸਾਫ਼ ਹੋ ਜਾਂਦਾ। ਅਗਰ ਪੇਟ ਦੇ ਵਿੱਚ ਗੈਸ ਪੈਦਾ ਹੋਵੇ ਅਤੇ ਫਿਰ ਕਹਿੰਦੇ ਜੈਤੂਨ ਦਾ ਤੇਲ ਨਾਭੀ 'ਤੇ ਲਾਉਣ ਦੇ ਨਾਲ ਇਹ ਗੈਸ ਦੀ ਜਿਹੜੀ ਸਮੱਸਿਆ ਹੈਗੀ ਇਹ ਵੀ ਹੱਲ ਹੋ ਜਾਂਦੀ। ਇਸੇ ਤਰ੍ਹਾਂ ਅਗਰ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਹੈਗੀ ਆ ਅਤੇ ਇਸੇ ਨਾਭੀ ਦੇ ਉੱਤੇ ਜੈਤੂਨ ਦਾ ਤੇਲ ਲਾਉਣ ਦੇ ਨਾਲ ਇਹ ਸਮੱਸਿਆ ਵੀ ਆਪਣੇ ਆਪ ਹੱਲ ਹੋ ਜਾਂਦੀ ਹੈ। ਐਸਾ ਸੰਵਿਧਾਨ ਜਿਹੜਾ ਹੈ ਨਾ ਆਯੁਰਵੈਦਿਕ ਜਿਹੜੇ ਵੈਦ ਹੈਗੇ ਆ ਉਹਨਾਂ ਦੇ ਆਪਣੇ ਨਿੱਜੀ ਜੋ ਅਨੁਭਵ ਹੈਗੇ ਉਹ ਦੱਸਦੇ ਹੈਗੇ ਆ। ਅਗਰ ਆਪਾਂ ਅਧਿਆਤਮਿਕ ਦੀ ਗੱਲ ਕਰੀਏ, ਖਾਸ ਕਰਕੇ ਜਦੋਂ ਅਸੀਂ ਰਸਨਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਹਾਂ ਅਤੇ ਨਾਮ ਜਪਦੇ ਜਿਹੜੀ ਹਾਲਤ ਹੈਗੀ ਆ ਉਹ ਰਸਨਾ ਦੇ ਵਿੱਚੋਂ ਨਾਮ ਜਿਹੜਾ ਹੈਗਾ ਉਹ ਤੁਰਦਾ ਉਹ ਇੱਕ ਤੋਂ ਦੂਸਰੀ ਸਟੇਜ ਦੇ ਵਿੱਚ ਆ ਜਾਂਦਾ। ਜਿਹੜਾ ਅਸੀਂ ਰਸਨਾ ਨਾਲ ਨਾਮ ਜਪਦੇ ਆ ਉਹਨੂੰ ਵੈਖਰੀ ਜਪ ਆਖਦੇ ਆ। ਉਸ ਤੋਂ ਬਾਅਦ ਫਿਰ ਜਪ ਜਿਹੜਾ ਹੈ ਨਾ ਇਹ ਰਸਨਾ ਦੇ ਨਾਲ ਬੰਦ ਹੋ ਜਾਂਦਾ, ਫਿਰ ਸੁਰਤ ਦੇ ਵਿੱਚ ਨਾਮ ਆਪਣੇ ਆਪ ਹੀ ਜਪ ਹੁੰਦਾ ਰਹਿੰਦਾ। ਇਸ ਕਰਕੇ ਇਹ ਜਿਹੜਾ ਜਾਪ ਗਲੇ ਦੇ ਵਿੱਚ ਚੱਲਦਾ ਹੈ
ਇਸ ਨੂੰ ਪਸੰਤੀ ਆਖਦੇ ਆ। ਇਸ ਤੋਂ ਬਾਅਦ ਫਿਰ ਜਪ ਜਿਹੜਾ ਨਾ ਅੱਗੇ ਥੱਲੇ ਉਤਰ ਜਾਂਦਾ ਹੈਗਾ, ਉਸ ਨੂੰ ਫਿਰ ਮੱਧਮਾ ਆਖਦੇ ਆ। ਉਸ ਤੋਂ ਬਾਅਦ ਜਪ ਦੀ ਆਖਰੀ ਮੰਜ਼ਿਲ ਜਿਹੜੀ ਆ ਉਹ ਧੁਨੀ ਹੈ, ਇਹ ਨਾਭੀ ਹੈ, ਜਿੱਥੇ ਜਾ ਕੇ ਜਿਹੜਾ ਜਾਪ ਹੈ ਉੱਥੇ ਪਹੁੰਚ ਕੇ ਆਪਣੇ ਪੂਰੇ ਜੋਬਨ ਦੇ ਵਿੱਚ ਸਿਮਰਨ ਚੱਲਦਾ ਹੈ। ਇਸ ਨੂੰ ਗੁਰਬਾਣੀ ਦੇ ਅੰਦਰ ਪਰਾ ਦਾ ਨਾਂ ਦਿੱਤਾ ਗਿਆ ਹੈ, ਇਸ ਨੂੰ ਪਰਾ ਜਾਪ ਆਖਦੇ। ਇਸ ਤਰ੍ਹਾਂ ਜਾਪ ਦੀਆਂ 4 ਅਵਸਥਾ ਹੈ, ਵੈਖਰੀ, ਪਸੰਤੀ, ਮੱਧਮਾ ਅਤੇ ਪਰਾ। ਲੇਕਿਨ ਜਦੋਂ ਆਖਰੀ ਅਵਸਥਾ ਜਿਹੜੀ ਪਰਾ ਦੀ ਹੈ, ਨਾਭੀ ਦੀ ਹੈ, ਉਸ ਟਾਈਮ ਜਿਹੜਾ ਵਾਹਿਗੁਰੂ ਸਿਮਰਨ ਆ ਜਿਹੜਾ ਆਪ ਮੁਹਾਰੇ ਚੱਲਦਾ, ਉਸ ਦੀ ਜਿਹੜੀ ਰਫਤਾਰ ਹੈਗੀ, ਆਵਾਜ਼ ਵਾ ਬਹੁਤ ਜ਼ਿਆਦਾ ਉੱਚੀ ਹੋ ਜਾਂਦੀ ਆ। ਇੰਨੀ ਜ਼ਿਆਦਾ ਉੱਚੀ ਹੋ ਜਾਂਦੀ ਆ ਕਿ ਅਗਰ ਕੋਈ ਆਦਮੀ ਟ੍ਰੇਨ ਦੇ ਵਿੱਚ ਸਫ਼ਰ ਕਰੇ, ਟ੍ਰੇਨ ਆਪਣੀ ਪੂਰੀ ਸਪੀਡ ਦੇ ਨਾਲ ਦੌੜੇ, ਅਤੇ ਅਗਰ ਉਹਦੇ ਅੰਦਰ ਨਾਭੀ ਦੇ ਵਿੱਚ ਜਾਪ ਚੱਲਦਾ ਹੈ ਅਤੇ ਉਸ ਨੂੰ ਟ੍ਰੇਨ ਦੀ ਠਕ ਠਕ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਕੇਵਲ ਅਤੇ ਕੇਵਲ ਸਿਮਰਨ ਦੀ ਆਵਾਜ਼ ਹੀ ਅੰਦਰ ਸੁਣਾਈ ਦਿੰਦੀ ਆ। ਹੌਲੀ ਹੌਲੀ ਇਹ ਸਿਮਰਨ ਦੀ ਆਵਾਜ਼ ਕਾਫੀ ਉੱਚੀ ਹੋ ਕੇ ਫਿਰ ਜਦ ਸਮਾਂ ਆਉਂਦਾ ਫਿਰ ਯਕਦਮ ਨਾਭੀ ਦੇ ਅੰਦਰ ਹੀ ਇਹ ਬੰਦ ਹੋ ਜਾਂਦੀ ਆ। ਜਦ ਬੰਦ ਹੋ ਜਾਂਦੀ ਆ ਤਾਂ ਮਨ ਇੱਕ ਸਹਿਜ, ਇੱਕ ਖੇੜੇ ਦੀ ਅਵਸਥਾ ਦੇ ਵਿੱਚ ਸਦਾ ਲਈ ਟਿਕ ਜਾਂਦਾ ਹੈਗਾ। ਜਦ ਮਨ ਟਿਕਣ ਦੀ ਅਵਸਥਾ ਤੋਂ ਬਾਹਰ ਹੁੰਦਾ ਹੈ, ਉਹ ਸਹਿਜ ਤੋਂ ਬਾਹਰ ਹੁੰਦਾ, ਫਿਰ ਸਿਮਰਨ ਤੁਰ ਪੈਂਦਾ ਹੈਗਾ, ਫਿਰ ਆਵਾਜ਼ ਉੱਚੀ ਆਉਂਦੀ ਆ। ਪਰ ਆਸਤਾ ਆਸਤਾ ਸਿਮਰਨ ਫਿਰ ਜਿਹੜਾ ਇੱਕਦਮ ਬੰਦ ਹੋ ਜਾਂਦਾ, ਫਿਰ ਸਹਿਜ 'ਚ ਟਿਕਦਾ। ਇਸ ਤਰ੍ਹਾਂ ਜਿਹੜਾ ਇਹ ਕਿਰਿਆ ਕੁਛ ਟਾਈਮ ਚੱਲਦੀ ਰਹਿੰਦੀ ਆ, ਪਰ ਉਹ ਵੀ ਸਮਾਂ ਆ ਜਾਂਦਾ ਜਦੋਂ ਸਿਮਰਨ ਪੂਰੀ ਤਰ੍ਹਾਂ ਨਾਭੀ ਦੇ ਵਿੱਚ ਬੰਦ ਹੋ ਜਾਂਦਾ, ਪਰ ਮਨ ਇੱਕ ਰਸ ਅਡੋਲ ਉਸ ਅਵਸਥਾ 'ਚ ਟਿਕਿਆ ਰਹਿੰਦਾ ਹੈ। ਇਸ ਨਾਭੀ ਦੇ ਵਿੱਚ ਬੜੀ ਸਾਵਧਾਨੀ ਦੀ ਜ਼ਰੂਰਤ ਮਹਾਂਪੁਰਖ ਦੱਸਦੇ ਆ, ਕਿਉਂਕਿ ਜਦੋਂ ਮਨ ਬਿਲਕੁਲ ਸਹਿਜ ਅਵਸਥਾ ਟਿਕਿਆ ਰਹਿੰਦਾ ਹੈ, ਉਸ ਟਾਈਮ ਜਿਹੜਾ ਸਾਧਕ ਹੁੰਦਾ ਹੈ, ਉਸ ਸਾਧਕ ਨੂੰ ਬਹੁਤ ਗੂੜੀ ਮਿੱਠੀ ਨੀਂਦ ਆਉਂਦੀ ਹੈ। ਐਸੀ ਮਿੱਠੀ ਨੀਂਦ ਉਹਦੀ ਕਲਪਨਾ ਦੇ ਵਿੱਚ ਵੀ ਨਹੀਂ ਹੁੰਦੀ, ਲੇਕਿਨ ਇਸ ਮਿੱਠੀ ਨੀਂਦ ਤੋਂ ਸਾਧਕ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਹੈ। ਇਸ ਕਰਕੇ ਜਿਹੜੇ ਸਾਧਕ ਇਸ ਅਵਸਥਾ ਵਿੱਚ ਪਹੁੰਚ ਜਾਂਦੇ ਆ, ਉਹਨਾਂ ਨੂੰ ਪਤਾ ਕਿ ਉਹਨਾਂ ਨੇ ਸਾਰੀ ਉਮਰ ਦੀ ਮਿਹਨਤ ਲੈ ਕੇ ਆਪਣੀ ਸੁਰਤ ਨਾਭੀ ਤੱਕ ਪਹੁੰਚਾਈ ਆ, ਪਰ ਹੁਣ ਉਹ ਵਾਹਿਗੁਰੂ ਜੀ ਦੇ ਬਿਲਕੁਲ ਕਰੀਬ ਪਹੁੰਚ ਗਿਆ। ਲੇਕਿਨ ਜਿੰਨਾ ਕਰੀਬ ਪਹੁੰਚਿਆ ਉਨੀ ਜ਼ਿਆਦਾ ਸਾਵਧਾਨਤਾ ਦੀ ਲੋੜ ਆ। ਇਸ ਕਰਕੇ ਇਹ ਜਿਹੜੀ ਮਿੱਠੀ ਨੀਂਦ ਆ, ਇਸ ਨੂੰ ਅਭਿਆਸੀ ਜਨ ਮਾਣਦੇ ਨਹੀਂ ਆ, ਸਗੋਂ ਇਸ ਨੀਂਦ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਸਤੇ ਫਿਰ ਵਾਰੀ ਯਤਨ ਕਰਨੇ ਪੈਂਦੇ ਆ। ਜਾਂ ਤਾਂ ਫਿਰ ਪਾਣੀ ਵਿੱਚ ਖੜ੍ਹ ਕੇ ਬੰਦਗੀ ਕਰਨੀ ਪੈਂਦੀ ਆ, ਜਾਂ ਕਿਸੇ ਉੱਚੇ ਦਰੱਖਤ 'ਤੇ ਚੜ੍ਹ ਕੇ ਕਰਨੀ ਪੈਂਦੀ ਆ, ਜਾਂ ਹੋਰ ਸਾਧਨ ਵਰਤਣੇ ਪੈਂਦੇ ਆ, ਤਾਂ ਜੋ ਨੀਂਦ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਹੋ ਜਾਵੇ। ਜਦੋਂ ਨੀਂਦ ਜਿੱਤ ਲਈ, ਸਰ ਹੋ ਗਈ, ਨੀਂਦ 'ਤੇ ਕਾਬੂ ਹੋ ਗਿਆ, ਤਾਂ ਫਿਰ ਮਾਲਕ ਦੀ ਜਦ ਕਿਰਪਾ ਹੁੰਦੀ ਆ, ਜਦ ਸੰਯੋਗ ਬਣਦਾ ਹੈਗਾ, ਉਸ ਆਤਮਾ ਅਤੇ ਪਰਮਾਤਮਾ ਦੇ ਸੰਯੋਗ ਦੇ ਵਿੱਚ ਜਦ ਪ੍ਰਤੱਖ ਉਸ ਅਕਾਲ ਪੁਰਖ ਨਿਰੰਕਾਰ ਜੋਤ ਦੇ ਸਾਕਸ਼ਾਤ ਪ੍ਰਤੱਖ ਦਰਸ਼ਨ ਹੁੰਦੇ ਆ, ਫਿਰ ਆਪ ਮੁਹਾਰੇ ਮੂੰਹੋਂ ਵਾਹ ਵਾਹ ਨਿਕਲ ਆਉਂਦਾ ਹੈਗਾ। ਸੋ ਇਸ ਨੂੰ ਗੁਰਬਾਣੀ ਨੇ ਫਿਰ ਆਖਿਆ ਕਿ ਵਾਹਿਗੁਰੂ ਤੇਰਾ ਸਭ ਸਦਕਾ, ਉਹ ਪਰਮੇਸ਼ਰ ਦੇ ਜੀਵ ਸਦਕੇ ਹੋ ਜਾਂਦਾ, ਬਲਿਹਾਰੀ ਹੋ ਜਾਂਦਾ ਹੈ, ਅਤੇ ਸਾਰੇ ਪਾਸੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਹੋ ਜਾਂਦਾ, ਅਤੇ ਅਸਲ ਦੇ ਵਿੱਚ ਉਹਨੂੰ ਇਹ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਲੇਕਿਨ ਇਹ ਸਾਰੀ ਚੀਜ਼ ਨਾਭੀ ਦੇ ਸਿਮਰਨ ਦੇ ਵਿੱਚ ਹੀ ਘਟਦੀ ਆ। ਇਸ ਤਰ੍ਹਾਂ ਨਾਭੀ ਦੇ ਹੋਰ ਵੀ ਬਹੁਤ ਸਾਰੇ ਐਸੇ ਚਮਤਕਾਰ ਮਹਾਂਪੁਰਖਾਂ ਦੇ ਆਪੋ ਆਪਣੇ ਵੱਖੋ ਵੱਖਰੇ ਜੀਵਨ ਦੀਆਂ ਅਵਸਥਾ ਵਿੱਚ ਦੇਖਣ ਨੂੰ ਮਿਲਦੇ ਆ। ਜਿਵੇਂ ਇੱਕ ਸੰਤ ਕਰਤਾਰ ਸਿੰਘ ਜੀ ਹੋਏ ਆ। ਇਹ ਜਿਹੜੇ ਸੰਤ ਕਰਤਾਰ ਸਿੰਘ ਸੀ, ਇਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਰਿਆਰ ਦੇ ਸੀਗੇ, ਅਤੇ ਇਹ ਪਹਿਲਾਂ ਸੰਤ ਕਰਤਾਰ ਸਿੰਘ ਜਿਹੜੇ ਸੀਗੇ ਫੌਜ ਵਿੱਚ ਨੌਕਰੀ ਕਰਦੇ ਹੁੰਦੇ ਸੀ। ਨੌਕਰੀ ਤੋਂ ਬਾਅਦ ਇਹਨਾਂ ਨੇ ਫਿਰ ਭਲਾਈ ਸਟੀਲ ਜਿਹੜਾ ਪਲਾਂਟ ਸੀਗਾ, ਉੱਥੇ ਵੀ ਕਾਫੀ ਚਿਰ ਆਪਣੀ ਜਿਹੜੀ ਨੌਕਰੀ ਕੀਤੀ ਆ। ਸੰਤ ਕਰਤਾਰ ਸਿੰਘ ਇਹ ਗ੍ਰਸਤੀ ਹੁੰਦੇ ਸੀਗੇ, ਅਤੇ ਉੱਥੇ ਆਲੇ ਦੁਆਲੇ ਦੇ ਜਿੰਨੇ ਪ੍ਰੇਮੀ ਹੁੰਦੇ ਸੀ ਉਹਨਾਂ ਦੇ ਨਾਲ ਸਤ ਸੰਗਤ ਕਰਦੇ ਹੁੰਦੇ, ਸਤ ਸੰਗਤ ਦੇ ਬਚਨ ਕਰਦੇ ਹੁੰਦੇ ਸੀ। ਸਮਾਂ ਪਾ ਕੇ ਇਹਨਾਂ ਦਾ ਜਿਹੜਾ ਹੈ ਨਾ ਸਿਮਰਨ ਸਾਧਨਾ ਐਸੀ ਵਧੀਆ ਕਿ ਇਹਨਾਂ ਦੀਆਂ ਤਿੰਨੇ ਅਵਸਥਾ ਤੋਂ ਟੱਪ ਕੇ ਸਿਮਰਨ ਵੈਖਰੀ, ਪਸੰਤੀ, ਮੱਧਮਾ ਅਤੇ ਸਿਮਰਨ ਜਿਹੜਾ ਸੀ ਉਹ ਪਰਾ ਦੇ ਵਿੱਚ ਚਲੇ ਗਿਆ ਸੀਗਾ। ਜਦ ਇਹਨਾਂ ਦਾ ਸਿਮਰਨ ਪਰਾ ਅਵਸਥਾ ਦੇ ਵਿੱਚ ਪਹੁੰਚ ਗਿਆ ਸੀਗਾ, ਅਤੇ ਆਲੇ ਦੁਆਲੇ ਦੇ ਜਿੰਨੇ ਪ੍ਰੇਮੀ ਉਹ ਦੱਸਦੇ ਆ ਕਿ ਜਦ ਅੰਮ੍ਰਿਤ ਵੇਲਾ ਹੁੰਦਾ ਸੀ, ਜਦੋਂ ਮਹਾਂਪੁਰਖ ਆਪਣੀ ਸਿਮਰਨ ਸਾਧਨਾ ਦੇ ਧਿਆਨ ਦੇ ਵਿੱਚ ਬਹਿੰਦੇ ਸੀ, ਅਤੇ ਇਹਨਾਂ ਦੀ ਧੁਨੀ ਨਾਭੀ ਦੇ ਵਿੱਚੋਂ ਆਵਾਜ਼ ਐਸੀ ਧੁਨ ਦੀ ਆਉਂਦੀ ਸੀਗੀ, ਇੰਨੀ ਮਿਠਾਸ, ਇੰਨੀ ਮਿੱਠੀ ਔਰ ਇੰਨੀ ਉੱਚੀ ਹੁੰਦੀ ਸੀ ਕਿ ਆਲੇ ਦੁਆਲੇ 2-2 ਕੀਲਿਆਂ ਤੱਕ ਇਹ ਆਵਾਜ਼ ਸੁਣਾਈ ਦਿੰਦੀ ਸੀਗੀ। ਸੋ ਇਹਨਾਂ ਦੀ ਧੁਨੀ ਦੇ ਵਿੱਚੋਂ ਐਸੀ ਆਵਾਜ਼ ਆਉਂਦੀ ਸੀ। ਇਹ ਆਵਾਜ਼ ਜਿਹੜੀ ਅੰਤਰਮੁਖੀ ਆ, ਲੇਕਿਨ ਇਹਨਾਂ ਦੇ ਆਵਾਜ਼ ਜਿਹੜੀ ਸੀ ਉਹ ਅੰਤਰਮੁਖੀ ਦੀ ਜਗ੍ਹਾ ਬਾਹਰਮੁਖੀ ਵੀ ਪ੍ਰਗਟ ਹੋ ਗਈ ਸੀ, ਤਾਂ 2-2 ਕੀਲਿਆਂ ਤੱਕ ਇਸ ਨਾਭੀ ਦੀ ਧੁਨੀ ਜਿਹੜੀ ਸੀ ਆਲੇ ਦੁਆਲੇ ਸੁਣਾਈ ਦਿੰਦੀ ਸੀ। ਇਸ ਕਰਕੇ ਸੰਗਤਾਂ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਜਸ ਸੀਗਾ, ਪ੍ਰਤਾਪ ਸੀ, ਵਡਿਆਈ ਸੀ। ਖਾਸ ਕਰਕੇ ਆਲੇ ਦੁਆਲੇ ਦੇ ਜਿਹੜੀਆਂ ਸੰਗਤਾਂ ਹੈਗੀਆਂ, ਸੰਤ ਕਰਤਾਰ ਸਿੰਘ ਨੂੰ ਪਿਤਾ ਜੀ ਕਹਿ ਕੇ ਸਤਿਕਾਰ ਕਰਦੀਆਂ ਸੀ, ਬੁਲਾਉਂਦੀਆਂ ਹੁੰਦੀਆਂ ਸੀ। ਅਤੇ ਇਹਨਾਂ ਹੀ ਸੰਤ ਕਰਤਾਰ ਸਿੰਘ ਦੀ ਇੱਕ ਭੈਣ ਹੁੰਦੀ ਸੀ, ਜਿਹੜੀ ਭੈਣ ਵਿਆਹੀ ਹੋਈ ਸੀ, ਲੇਕਿਨ ਉਹਦੇ ਬੱਚਾ ਨਹੀਂ ਸੀ ਹੁੰਦਾ,
ਤੇ ਇਹਨਾਂ ਮਹਾਂਪੁਰਖਾਂ ਦੀ ਭੈਣ ਦਾ ਨਾਂ ਬੀਬੀ ਹੰਸੋ ਜੀ ਸੀ। ਇਹ ਜਿਹੜੇ ਬੀਬੀ ਹੰਸੋ ਸੀ, ਇਹਨਾਂ ਦੇ ਬੱਚਾ ਨਹੀਂ ਸੀ ਹੁੰਦਾ। ਇੱਕ ਵਾਰ ਇਹਨਾਂ ਨੇ ਆਪਣੇ ਵੀਰ ਸੰਤ ਕਰਤਾਰ ਸਿੰਘ ਅੱਗੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਅਰਦਾਸ ਕਰ ਦਿਓ ਕਿ ਮੇਰੇ ਲੜਕਾ ਹੋ ਜਾਵੇ, ਮੇਰੇ ਬੱਚਾ ਹੋ ਜਾਵੇ। ਜਦ ਇੰਨੀ ਗੱਲ ਹੋਈ ਸੀ, ਸੰਤ ਕਰਤਾਰ ਸਿੰਘ ਨੇ ਕਿਹਾ ਸੀਗਾ ਕਿ ਇਸ ਗੱਲ ਦੀ ਆਪਾਂ ਕੀ ਅਰਦਾਸ ਕਰਨੀ ਆ, ਮੈਂ ਕੋਸ਼ਿਸ਼ ਕਰਦਾ ਕਿ ਤੇਰੇ ਵਾਸਤੇ ਉਸ ਨਿਰੰਕਾਰ ਪ੍ਰਭੂ ਤੋਂ ਕੋਈ ਬੱਚੇ ਤੋਂ ਵੀ ਵਧੀਆ ਚੀਜ਼ ਮੰਗ ਸਕਾਂ। ਉਸ ਤੋਂ ਬਾਅਦ ਫਿਰ ਇਹਨਾਂ ਨੇ ਦੇਖੋ ਆਪਣੀ ਭੈਣ ਬੀਬੀ ਹੰਸ ਕੌਰ ਜੀ 'ਤੇ ਜਦ ਕਿਰਪਾ ਕੀਤੀ ਸੀ ਤਾਂ ਇਹਨਾਂ ਦੇ ਫਿਰ ਜਿਹੜਾ ਸੀਗਾ ਉਹ ਸਿਮਰਨ ਆਪ ਮੁਹਾਰੇ ਚੱਲਣਾ ਸ਼ੁਰੂ ਹੋ ਗਿਆ ਸੀਗਾ। ਅਤੇ ਜਦ ਇਹਨਾਂ ਦੇ ਸਿਮਰਨ ਆਪ ਮੁਹਾਰੇ ਚੱਲਣਾ ਸ਼ੁਰੂ ਹੋ ਗਿਆ ਸੀਗਾ, ਇੱਥੋਂ ਤੱਕ ਕਿ ਸਿਮਰਨ ਸਾਧਨਾ ਦੇ ਵਿੱਚ ਕਈ ਚਿਰ ਸਮਾਧੀ ਦੇ ਵਿੱਚ ਅਸਥਿਰ ਰਹਿੰਦੇ ਸੀਗੇ। ਅਤੇ ਇਹਨਾਂ ਦੇ ਹੀ ਇੱਕ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਸੀਗੇ। ਇੱਕ ਵਾਰੀ ਇੱਕ ਬੀਬੀ ਜਿਹੜੀ ਸੀ ਇਹਨਾਂ ਦੀ ਭੈਣ ਜੀ ਦੇ ਕੋਲ ਆਈ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਇਹ ਅਵਸਥਾ ਪ੍ਰਦਾਨ ਕਰੋ ਜਿਹੜੀ ਅਵਸਥਾ ਤੁਹਾਡੇ ਵੀਰ ਸੰਤ ਕਰਤਾਰ ਸਿੰਘ ਉਹਨਾਂ ਨੇ ਤੁਹਾਡੇ 'ਤੇ ਬਖਸ਼ਿਸ਼ ਕਰਕੇ ਦਿੱਤੀ ਆ। ਅਤੇ ਫਿਰ ਬੀਬੀ ਜਿਹੜੀ ਸੀ ਹੰਸ ਕੌਰ ਨੇ ਦੱਸਿਆ ਸੀਗਾ, ਕਹਿੰਦੇ ਵੀ ਅਜੇ ਤੂੰ ਬੱਚਿਆਂ ਵਾਲੀ ਆ ਅਤੇ ਪਹਿਲਾਂ ਤੂੰ ਆਪਣੇ ਬੱਚਿਆਂ ਦੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਉਹ ਨਿਬੇੜ ਲਾ, ਕਿਉਂਕਿ ਇਹ ਅਵਸਥਾ ਐਸੀ ਹੈ ਕਿ ਇਹਦੇ ਵਿੱਚ ਇੱਕ ਵਾਰੀ ਬੰਦਾ ਬੈਠਾ ਸਿਮਰਨ ਸਾਧਨਾ ਦੇ ਵਿੱਚ ਮੁੜ ਕੇ ਗੁੜਚ ਹੋ ਜਾਂਦਾ ਹੈ ਅਤੇ ਸੰਸਾਰੀ ਕੰਮ ਦੇ ਯੋਗ ਨਹੀਂ ਰਹਿੰਦਾ ਹੈ। ਇਹ ਜਿਹੜੇ ਬਚਨ ਸੀਗੇ ਬੀਬੀ ਹੰਸ ਕੌਰ ਦੇ ਸੀਗੇ ਅਤੇ ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਤੁਸੀਂ ਸੰਸਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਨਿਰਲੇਪ ਹੋ ਜਾਓਗੇ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਅਵਸਥਾ ਮਾਣੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਜ਼ਿੰਦਗੀ ਦਾ ਮਨੋਰਥ ਜਿਹੜਾ ਹੈ ਉਹ ਇਹੋ ਹੀ ਆ ਕਿ ਸਿਮਰਨ ਸਾਧਨਾ ਦਾ ਜੋ ਅਸਲੀ ਮਾਰਗ ਹੈ ਉਹ ਹੈ ਨਾਭੀ ਦਾ ਟਿਕਾਓ। ਇਸ ਨਾਭੀ ਦੇ ਵਿੱਚ ਸੁਰਤ ਜਦ ਪਹੁੰਚਦੀ ਆ ਅਤੇ ਇਸੇ ਹੀ ਨਾਭੀ ਦੇ ਵਿੱਚ ਸੁਰਤ ਜਾ ਕੇ ਆਪਣੇ ਅਸਲ ਘਰ ਦੇ ਵਿੱਚ ਦਾਖਲ ਹੁੰਦੀ ਆ ਅਤੇ ਉੱਥੇ ਹੀ ਫਿਰ ਜਿਹੜਾ ਹੈ ਪ੍ਰਤੱਖ ਸਾਖਸ਼ਾਤ ਨਿਰੰਕਾਰ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਜਿਵੇਂ ਆਪਾਂ ਜਾਣਦੇ ਹਾਂ ਕਿ ਇੱਕ ਬ੍ਰਹਮ ਗਿਆਨੀ ਪੁਰਖ ਜਿਹੜੇ ਸੀਗੇ ਉਹ ਜਦ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਬਹੁਤ ਪਾਠ ਕਰਦੇ ਹੁੰਦੇ ਸੀ ਗੁਰਦੁਆਰੇ ਸਾਹਿਬ ਦੇ ਵਿੱਚ, ਅਤੇ ਅੰਤ ਸਮੇਂ ਉਹਨਾਂ ਨੇ ਜਿਹੜੇ ਸੀਗੇ ਆਪਣੇ ਪ੍ਰੇਮੀ ਗੁਰਦੁਆਰੇ ਸਾਹਿਬ ਵਾਲੇ ਉਹਨਾਂ ਨੂੰ ਆਖਿਆ ਸੀਗਾ ਕਿ ਮੈਂ ਕੱਲ੍ਹ ਸਰੀਰ ਛੱਡ ਜਾਣਾ ਹੈਗਾ, ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈਗਾ ਕਿ ਤੁਸੀਂ ਮੇਰੀ ਬਹੁਤ ਸੇਵਾ ਕੀਤੀ ਆ ਅਤੇ ਮੈਨੂੰ ਇੱਥੇ ਹੀ ਬੈਠੇ ਸਾਰੇ ਪ੍ਰਸ਼ਾਦੇ ਪਾਣੀ ਦਿੱਤੇ ਆ। ਲੇਕਿਨ ਜਦ ਸੰਗਤ ਦੇ ਪ੍ਰੇਮੀ ਉਹਨਾਂ ਨੂੰ ਇਹ ਕਹਿੰਦੇ ਸੀਗੇ ਕਿ ਅਗਰ ਤੁਸੀਂ ਕੱਲ੍ਹ ਸਰੀਰ ਛੱਡ ਜਾਓਗੇ ਤਾਂ ਸਾਨੂੰ ਇਹ ਵੀ ਦੱਸੋ ਕਿ ਤੁਹਾਡੀ ਇੱਛਾ ਕੀ ਹੈ, ਦੱਸੋ ਤੁਹਾਡਾ ਸਰੀਰ ਦਾ ਸੰਸਕਾਰ ਕਿੱਥੇ ਕਰੀਏ ਅਤੇ ਤੁਹਾਡੇ ਅਸਥ ਕਿੱਥੇ ਤਾਰੀਏ। ਪਰ ਇਹਨਾਂ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਮੇਰੇ ਸਰੀਰ ਦੀ ਸੰਸਕਾਰ ਕਰਨ ਦੀ ਕੋਈ ਲੋੜ ਨਹੀਂ ਆ, ਮੈਂ ਆਪਣਾ ਸੰਸਕਾਰ ਆਪੇ ਕਰ ਲਊਂਗਾ। ਜਦ ਇਹ ਇਹਨਾਂ ਨੇ ਬਚਨ ਕੀਤੇ ਸੀ ਸੰਗਤਾਂ ਹੈਰਾਨ ਹੋਈਆਂ ਸੀ ਕਿ ਕਿਵੇਂ ਕੋਈ ਆਦਮੀ ਆਪਣੇ ਸਰੀਰ ਨੂੰ ਤਿਆਗ ਕੇ ਆਪਣੇ ਸਰੀਰ ਦਾ ਆਪ ਹੀ ਸੰਸਕਾਰ ਕਰ ਸਕੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਮਹਾਂਪੁਰਖਾਂ ਦੀ ਜਿਹੜੀ ਅਵਸਥਾ ਸੀਗੀ ਉਹ ਪਰਾ ਨਾਭੀ ਦੀ ਧੁੰਨੀ ਦੇ ਸਿਖਰ ਦੇ ਉੱਤੇ ਪਹੁੰਚ ਗਈ ਸੀ। ਆਪ ਸੰਗਤਾਂ ਜਾਣਦੀਆਂ ਹੈ, ਜਿਵੇਂ ਸੰਤ ਸਿੰਘ ਮਸਕੀਨ ਹੋਣਾ ਨੇ ਵੀ ਇਹਦੇ ਉੱਤੇ ਬੜੇ ਭਾਰੇ ਖੁਲਾਸੇ ਕੀਤੇ ਆ ਕਿ ਜਿਵੇਂ ਜਦੋਂ ਉਹਨਾਂ ਦਾ ਅੰਤ ਸਮਾਂ ਆਇਆ ਸੀਗਾ ਉਸ ਟਾਈਮ ਪ੍ਰੈਸ ਰਿਪੋਰਟਰ ਵੀ ਆਏ ਸੀ ਅਤੇ ਸਾਰਾ ਗੁਰਦੁਆਰਾ ਸਾਹਿਬ ਭਰਿਆ ਹੋਇਆ ਸੀਗਾ। ਇਹ ਅਸਥਾਨ ਮਸਕੀਨ ਹੋਣਾ ਨੇ ਵੀ ਦੇਖਿਆ ਹੈਗਾ। ਅਤੇ ਉਹ ਜਿਹੜੇ ਸੱਜਣ ਮਹਾਂਪੁਰਖ ਸੀਗੇ ਜਦ ਉਹਨੇ ਸਰੀਰ ਛੱਡਣਾ ਸੀਗਾ ਇੱਕ ਚਿੱਟੀ ਚਾਦਰ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੱਖ ਸਾਹਮਣੇ ਜਾ ਕੇ ਲੇਟ ਗਏ ਸੀਗੇ। ਅਤੇ ਉਸ ਟਾਈਮ ਫਿਰ ਜਦੋਂ ਉਹਨਾਂ ਨੇ ਆਪਣਾ ਜਿਹੜਾ ਧਿਆਨ ਸੀ ਨਾਭੀ 'ਤੇ ਇਕਾਗਰ ਕੀਤਾ ਅਤੇ ਉਹਨਾਂ ਦੀ ਨਾਭੀ ਦੇ ਵਿੱਚੋਂ ਇੱਕ ਐਸੀ ਰੋਸ਼ਨੀ ਚਿੱਟੇ ਪ੍ਰਕਾਸ਼ 'ਤੇ ਨਿਕਲੀ ਸੀ ਕਿ ਉਹਦੇ ਨਾਲ ਹੀ ਬਹੁਤ ਸਾਰੀਆਂ ਸੁਗੰਧੀਆਂ ਦੇ ਨਾਲ ਉਹ ਸਾਰਾ ਗੁਰਦੁਆਰੇ ਸਾਹਿਬ ਦਾ ਜਿਹੜਾ ਹਾਲ ਸੀਗਾ ਭਰ ਗਿਆ ਸੀਗਾ। ਅਤੇ ਲੇਕਿਨ ਸੰਗਤਾਂ ਨੇ ਕੀ ਦੇਖਿਆ ਸੀਗਾ ਕਿ ਉਸੇ ਹੀ ਨਾਭੀ ਦੀ ਧੁਨੀ ਦੇ ਵਿੱਚੋਂ ਨਿਕਲੇ ਪ੍ਰਕਾਸ਼ ਦੇ ਨਾਲ ਹੌਲੀ ਹੌਲੀ ਉਹਨਾਂ ਦਾ ਜਿਹੜਾ ਸਰੀਰ ਸੀਗਾ ਉਹ ਪੂਰੀ ਤਰ੍ਹਾਂ ਜਲਣ ਲੱਗ ਪਿਆ ਸੀਗਾ। ਪਰ ਸਰੀਰ ਦੇ ਵਿੱਚੋਂ ਰਤੀ ਭਰ ਵੀ ਕਿਸੇ ਤਰ੍ਹਾਂ ਦੀ ਕੋਈ ਬਦਬੂ ਗੰਦਗੀ ਨਹੀਂ ਸੀ ਕਿਸੇ ਨੂੰ ਦੇਖਣ ਨੂੰ ਮਿਲੀ। ਸਾਰਾ ਕਮਰਾ ਸੁਗੰਧੀ ਦੇ ਨਾਲ ਭਰਿਆ ਪਿਆ ਸੀ ਅਤੇ ਇਸ ਤਰ੍ਹਾਂ ਜਿਹੜਾ ਸਰੀਰ ਸੀਗਾ ਉਹਨਾਂ ਨੇ ਆਪਣੀ ਜਿਹੜੀ ਬ੍ਰਹਮ ਅਗਨੀ ਸੀ ਬ੍ਰਹਮ ਅਗਨੀ ਦੇ ਨਾਲ ਆਪਣੇ ਸਰੀਰ ਦਾ ਆਪ ਸੰਸਕਾਰ ਕੀਤਾ ਸੀ। ਪਰ ਹੈਰਾਨੀ ਦੀ ਗੱਲ ਆਈ ਇਹ ਸੀ ਕਿ ਜਿਹੜੀ ਚਿੱਟੀ ਚਾਦਰ ਉਹਨਾਂ ਨੇ ਆਪਣੇ ਥੱਲੇ ਵਿਛਾਈ ਸੀ ਉਸ ਚਾਦਰ ਨੂੰ ਰਤੀ ਭਰ ਵੀ ਸੇਕ ਨਹੀਂ ਸੀ ਲੱਗਾ। ਇਹ ਐਸੀ ਕਰਾਮਾਤ ਹੈ ਜਿਹੜੀ ਅਗਨੀ ਇਸ ਧੁੰਨੀ ਨਾਭੀ ਦੇ ਵਿੱਚੋਂ ਬ੍ਰਹਮ ਅਗਨ ਰੂਪ ਹੋ ਕੇ ਪ੍ਰਗਟ ਹੁੰਦੀ ਆ ਅਤੇ ਉਹਦਾ ਜਿਹੜਾ ਪ੍ਰਭਾਵ ਹੈਗਾ ਉਹ ਫਿਰ ਕਈ ਦਿਨ ਰਹਿੰਦਾ ਹੈ। ਮਸਕੀਨ ਉਹਨਾਂ ਨੇ ਦੱਸਿਆ ਸੀਗਾ ਕਿ ਅਸੀਂ ਦੇਖਣ ਗਏ ਸੀ ਅਤੇ ਉਹਨਾਂ ਨੇ ਦੱਸਿਆ ਸੀਗਾ ਵੀ ਇਹ ਜਿਹੜਾ ਹਾਲ ਹੈ ਉਹਨਾਂ ਦੇ ਸਰੀਰ ਦੇ ਸੰਸਕਾਰ ਕਰਨ ਤੋਂ ਬਾਅਦ ਵੀ ਇਸੇ ਤਰ੍ਹਾਂ ਜਿਹੜਾ ਹੈ ਨਾ ਉਹ ਸੁਗੰਧੀ ਦੇ ਨਾਲ ਭਰਿਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਹਰੇਕ ਮਨੁੱਖ ਦੇ ਅੰਦਰ ਨਾਭੀ ਦੀ ਆਪਣੀ ਖਾਸ ਇੱਕ ਵਿਸ਼ੇਸ਼ ਭੂਮਿਕਾ ਉਸ ਅਕਾਲ ਪੁਰਖ ਨੇ ਬਣਾਈ ਆ ਅਤੇ ਇਸੇ ਕਰਕੇ ਸਿਮਰਨ ਦਾ ਜਿਹੜਾ ਸਹੀ
ਜੋ ਅਸਲੀ ਮਾਰਗ ਹੈ ਉਹ ਹੈਗਾ ਨਾਭੀ ਦਾ ਪਰਾ ਦਾ ਸਿਮਰਨ। ਜਦੋਂ ਇਨਸਾਨ ਇਸ ਸਿਮਰਨ ਦੇ ਵਿੱਚ ਪਹੁੰਚ ਜਾਂਦਾ ਹੈਗਾ ਤੇ ਬਸ ਇਸ ਤੋਂ ਬਾਅਦ ਫਿਰ ਇਸ ਦੀ ਜਿਹੜੀ ਨੇੜਤਾ ਹੈ ਪਰਮੇਸ਼ਰ ਦੇ ਨਾਲ ਇੰਨੀ ਹੋ ਜਾਂਦੀ ਹੈ ਕਿ ਹਉਮੈ ਤਕਰੀਬਨ ਜਦ ਸਿਫਰ ਹੋ ਜਾਂਦੀ ਹੈ ਤੇ ਪ੍ਰਤੱਖ ਉਸ ਨਿਰੰਕਾਰ ਜਾਗਤ ਜੋਤ ਦੇ ਪ੍ਰਤੱਖ ਦਰਸ਼ਨ ਹੁੰਦੇ ਆ। ਤੇ ਫਿਰ ਇਹ ਜਿਹੜੀ ਜਾਗਤ ਜੋਤ ਹੈ ਇਹ ਉਸੇ ਹੀ ਆਪਣੇ ਸਾਧਕ ਨੂੰ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੀ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।